ਉਹ ਕੁੜੀ ਵੀਡੀਓ ਬਣਾ ਕੇ ਯੂਨੀਵਰਸਿਟੀ ਤੋਂ ਭੇਜਦੀ ਸੀ ਔਰ ਉਸ ਤੋਂ ਬਾਅਦ ਲਗਾਤਾਰ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਉਂਦੀ ਹੈ ਔਰ ਹਿਮਾਚਲ ਤੋਂ ਜਿਹੜਾ ਰੰਕਜ ਵਰਮਾ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਹੈ। ਰੰਕਜ ਵਰਮਾ ਉਹੀ ਸੀ ਜਿਸਦੀ ਡੀਪੀ ਲਾ ਕੇ ਜਿਹੜੀ ਕੁੜੀ ਨੇ ਵਾਰਡਨ ਨੂੰ ਦਿਖਾਈ थी और लगातार सोशल मीडिया के ऊपर वायरल हो रही थी। तस्वीर आपकी उस लड़की के फोन में मिलती है, इसका पूरा राज क्या है? कैसे उस लड़की को जानते थे या तस्वीर कैसे उसके पास आई थी? सर मैं उस लड़की को नहीं जानता था, ना कभी उस लड़की से मिला हूँ, ना आज से पहले कभी उसको देखा है, ना कभी मैं सी हुई या चंडीगढ़ आया हूँ। इमीडिएटली पुलिस स्टेशन गया, दिल्ली पुलिस स्टेशन अपने, तो मैंने वहाँ रिपोर्ट लिखाई कि इसका कुछ करो क्योंकि मेरी फ़ोटो वायरल हो रही है। तो लड़की ने बोला कि इसकी डीपी थी किसी ने लगाई हुई, पर मैं ना इसको जानती हूँ, ना इसका नाम मुझे पता है, ना मैं इसको जानती हूँ। तो उसने साफ मना कर दिया और मैंने भी उस लड़की को पहली बार देखा है, कभी देखा ही नहीं आज तक, उसी दिन देखा पहली बार। आप भी हिमाचल की, लड़की भी हिमाचल की है, वो नंबर भी हिमाचल का है, काफ़ी तार जुड़ते हैं, क्या वो नंबर आपका था? नहीं सर, वो नंबर मेरा नहीं था, वो संजीव का नंबर था। भले ही मैं शिमला का हूँ लेकिन उस लड़की से मैं कभी नहीं मिला हूँ। ये संजीव कौन है? संजीव वो आर्मी मैन संजीव। फौजी के संपर्क में थे आप या फौजी से कुछ लेन देन था? नहीं, मैं फौजी के संपर्क में भी नहीं था। फौजी ने तो बल्कि कोर्ट में भी हाथ खड़ा करके बोल दिया था कि इस लड़की की कोई गलती नहीं है, जज के सामने उसने हाथ खड़ा करके बोला। ना मैं फौजी को जानता हूँ, ना सनी मेहता को जानता हूँ और ना ही उस लड़की को। इन तीनों के साथ मेरा दूर दूर तक कोई कनेक्शन नहीं। और ये जंग नहीं खत्म हुई, ਅਸੀਂ ਹਾਲੇ ਸਿਰਫ ਇੱਕ ਮੇਜਰ ਵਿਕਟਰੀ ਲਿੱਤੀ ਹੈ। ਜਦ ਤੱਕ ਇਸ ਮੁੰਡੇ ਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਇਸ ਕੇਸ ਨੂੰ ਖਤਮ ਨਹੀਂ ਹੋਣਾ। ਡਿਸਪਾਈਟ ਆਫ ਦੈਟ ਫੈਕਟ ਤੁਸੀਂ ਉਹਨੂੰ ਅਰੈਸਟ ਪਾ ਰਹੇ ਹੋ, ਅਰੈਸਟ ਪਾ ਕੇ ਉਹਨੂੰ ਰਿਮਾਂਡ ਮੰਗ ਰਹੇ ਹੋ ਉਹਦੀ, ਪਹਿਲਾਂ 7 ਦਿਨ ਦੀ ਫਿਰ 5 ਦਿਨ ਦੀ। ਕੀ ਕਰਨਾ, ਕੀ ਲੱਭਣਾ ਕੀ ਚਾਹ ਰਹੇ ਸੀਗੇ? ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਸੀ, ਕਾਮਯਾਬੀ ਦੱਸੀ ਜਾ ਰਹੀ ਸੀ ਕਿ ਅਸੀਂ ਤੇ ਰਾਤੋਂ ਰਾਤ ਹੀ ਮੁੰਡਾ ਚੱਕ ਲਿਆ, ਰਾਤੋਂ ਰਾਤ ਹੀ ਗ੍ਰਿਫਤਾਰ ਕਰ ਲਿਆ। ਹਾਲਾਂਕਿ ਮੁੰਡਾ ਕਹਿੰਦਾ ਮੇਰਾ ਤਾਂ ਕੋਈ ਲੈਣ ਦੇਣ ਨਹੀਂ ਸੀ ਕਿ ਮੈਂ ਤੇ ਕੰਪਲੇਂਟ ਤੱਕ ਕਰਨ ਚਲਾ ਗਿਆ ਸੀ ਥਾਣੇ ਦੇ ਵਿੱਚ ਕਿ ਮੇਰੀ ਇਹ ਫੋਟੋ ਜਿਹੜੀ ਹੈ ਵਾਇਰਲ ਹੁੰਦੀ ਹੈ। मैं आपको ये क्लियर बताना चाहता हूँ, एक बार नहीं, 2 बार नहीं, 3 बार डरी थाने गया है। और ये भी क्लियर बता दूँ कि इसको कहीं सड़कों से नहीं पकड़ा गया है या भागते हुए नहीं पकड़ा गया है। ढली थाने में 11 बजे से 8 बजे तक इस लड़के ने वेट किया है पंजाब पुलिस का। ਕਿ ਚੰਡੀਗੜ੍ਹ ਯੂਨੀਵਰਸਿਟੀ ਕਿਤੇ ਨਾ ਕਿਤੇ ਆਪਣਾ ਨਾਮ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਸਰ ਮੈਂ ਤਾਂ ਇਹ ਕਹੂੰਗਾ ਕਿ ਇਹ ਸਾਰਾ ਗੇਮ ਹੀ ਪ੍ਰੈਸ਼ਰ ਦਾ ਸੀਗਾ। ਇਰਰਿਸਪੌਂਸਿਬਲ ਇਨਵੈਸਟੀਗੇਸ਼ਨ ਦਾ ਰੋਲ ਹੈ ਜੀ ਇਹਦੇ ਵਿੱਚ। ਜਸਟ ਬਿਕੋਜ਼ ਬਾਹਰ ਪ੍ਰੈਸ਼ਰ ਹੈ, ਰੋਲਾ ਰੱਪਾ ਪੈ ਰਿਹਾ ਹੈ, ਮੀਡੀਆ ਸਵਾਲ ਪੁੱਛ ਰਿਹਾ ਹੈ ਤੇ ਇਹਨਾਂ ਨੂੰ ਲੱਗਿਆ ਜੀ ਜੋ ਆਂਦਾ ਉਹਨੂੰ ਬਿਠਾ ਲਓ, ਅਰੈਸਟ ਪਾ ਲਓ, ਸ਼ਾਇਦ ਮੀਡੀਆ ਸ਼ਾਂਤ। ਮੈਂ ਤੁਹਾਨੂੰ ਡਾਕੂਮੈਂਟ ਦਿਖਾਣਾ ਜੀ, ਉਹਦੇ ਵਿੱਚ ਕਲੀਅਰ ਕੱਟ ਮੈਂ ਖੁਦ ਜਾ ਕੇ ਪੁਲਿਸ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਨ ਦੀ ਰਿਕੁਐਸਟ ਕਰ ਰਿਹਾ। ਇੱਥੇ ਆ ਕੇ ਕੋਰਟ 'ਚ ਕਹਿੰਦੇ ਨੇ ਕਿ ਅਸੀਂ ਜੀ ਇਹਨੂੰ ਅਰੈਸਟ ਕੀਤਾ ਡਿਸਕਲੋਜ਼ਰ ਸਟੇਟਮੈਂਟ ਦੇ ਉੱਤੇ। ਸਤਿ ਸ਼੍ਰੀ ਅਕਾਲ, ਔਨ 에ਅਰ ਵੇਖ ਰਹੇ ਹੋ, ਮੈਂ ਹਾਂ ਤੁਹਾਡੇ ਨਾਲ ਦਮਨਪ੍ਰੀਤ ਸਿੰਘ। ਚੰਡੀਗੜ੍ਹ ਯੂਨੀਵਰਸਿਟੀ ਦਾ ਮਾਮਲਾ ਜਿਹੜਾ ਹੈ ਪੂਰੇ ਭਾਰਤ ਦੇ ਵਿੱਚ ਛਾਇਆ ਰਿਹਾ ਔਰ ਬਾਹਰ ਵੀ ਜਿਹੜੀ ਹੈ ਵੀਡੀਓ ਨੇ ਉਹ ਵਾਇਰਲ ਹੁੰਦੀਆਂ ਰਹੀਆਂ। ਹਾਲਾਂਕਿ ਵੀਡੀਓ ਸਿਰਫ ਲੜਾਈ ਦੀ ਵਾਇਰਲ ਹੁੰਦੀਆਂ ਰਹੀਆਂ ਲੇਕਿਨ ਅਖੀਰ ਤੱਕ ਜਿਹੜੇ ਲੋਕ ਨੇ ਉਹ ਇਹੀ ਲੱਭੀ ਗਏ ਕਿ ਕੁੜੀ ਦੇ ਵੱਲੋਂ ਵੀਡੀਓ ਕਿਹੜੀਆਂ ਵਾਇਰਲ ਕੀਤੀਆਂ ਗਈਆਂ ਸੀ ਔਰ ਉਸ ਦੇ ਨਾਲ ਵਾਇਰਲ ਹੁੰਦੀ ਹੋਈ ਇੱਕ ਤਸਵੀਰ ਜਿਹੜੀ ਇੱਕ ਮੁੰਡੇ ਦੀ ਜਿਹੜੀ ਉਹ ਆਂਦੀ ਹੋਈ ਨਜ਼ਰ ਆ ਰਹੀ ਸੀ ਔਰ ਉੱਥੇ ਲਗਾਤਾਰ ਜਿਹੜੀ ਹੈ ਉਹ ਟ੍ਰੋਲ ਹੋ ਰਹੀ ਸੀ ਸੋਸ਼ਲ ਮੀਡੀਆ ਦੇ ਉੱਪਰ। ਦਰਅਸਲ ਇਹ ਮੁੰਡਾ ਜਿਹੜਾ ਹੈ ਇਹ ਦੱਸਿਆ ਜਾ ਰਿਹਾ ਸੀ ਕਿ ਹਿਮਾਚਲ ਦਾ ਰਹਿਣ ਵਾਲਾ ਔਰ ਕਿਤੇ ਨਾ ਕਿਤੇ ਇਸ ਕੁੜੀ ਦੇ ਇਸ ਮੁੰਡੇ ਦੇ ਨਾਲ ਰਿਲੇਸ਼ਨ ਨੇ ਔਰ ਇਹ ਮੁੰਡੇ ਨੂੰ ਉਹ ਕੁੜੀ ਵੀਡੀਓ ਬਣਾ ਕੇ ਯੂਨੀਵਰਸਿਟੀ ਤੋਂ ਭੇਜਦੀ ਸੀ ਔਰ ਉਸ ਤੋਂ ਬਾਅਦ ਲਗਾਤਾਰ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਉਂਦੀ ਹੈ ਔਰ ਹਿਮਾਚਲ ਤੋਂ ਜਿਹੜਾ ਰੰਕਜ ਵਰਮਾ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਂਦਾ। ਰੰਕਜ ਵਰਮਾ ਉਹੀ ਸੀ ਜਿਸਦੀ ਡੀਪੀ ਲਾ ਕੇ ਜਿਹੜੀ ਕੁੜੀ ਨੇ ਵਾਰਡਨ ਨੂੰ ਦਿਖਾਈ थी और लगातार सोशल मीडिया के ऊपर वायरल हो रही थी। मेरे नाल रंकज वर्मा मौजूद है और गलबात करूँ कि रंकज वर्मा के वलों सीधे तौर पर कह दिता गया सी और परिवार के वलों कह दिता गया सी कि रंकज वर्मा की सिर्फ तस्वीर का मिसयूज किया गया और उसका मिसयूज करके जिहड़ा उस कुड़ी ने लोगों के सामने पेश किया और उसका खामियाजा जिहड़ा रंकज वर्मा नूं भुगतना पिया। सवाल रंकज वर्मा तो लूंगा कि रंकज वर्मा की फोटो आउंदी कित्थों है और उस कुड़ी दे नाल रिलेशन की हुंदा है। रंकज, ये तस्वीर का मामला शुरू होता है, तस्वीर आपकी उस लड़की के फोन में मिलती है, इसका पूरा राज क्या है? कैसे उस लड़की को जानते थे या तस्वीर कैसे उसके पास आई थी?
सर मैं उस लड़की को नहीं जानता था, ना कभी उस लड़की से मिला हूँ, ना आज से पहले कभी उसको देखा है, ना कभी मैं सीयू या चंडीगढ़ आया हूँ। मुझे खुद सुबह पता चला है मेरे फ्रेंड से कि आपकी फ़ोटो वायरल हो रही है सीयू वाले केस में। तब तक मुझे ये भी नहीं पता था कि सीयू केस है क्या है। जब मैंने सुबह मेरे को जब कॉल आया, फिर मैंने पूरा पता किया, फिर पता लगा कि तो बहुत बड़ा केस है और मेरी फ़ोटो क्यों वायरल हो रही है इसमें। तो मैं इमीडिएटली पुलिस स्टेशन गया, दिल्ली पुलिस स्टेशन अपने। तो मैंने वहाँ रिपोर्ट लिखाई कि इसका कुछ करो, क्योंकि ये मेरी फ़ोटो वायरल हो रही है। तो उसके बाद शिमला पुलिस ने मोहाली पुलिस कॉल किया। फिर वो पुलिस मोहाली पुलिस शिमला आई और वो मुझे यहाँ से मोहाली ले गई पूछताछ के लिए। तो वहाँ पे लड़की से जब मेरे को मिलाया गया तो लड़की ने साफ मना कर दिया कि मैं इस लड़के का नाम भी नहीं जानती और ना ही इसको जानती हूँ। उसके बाद मुझे नहीं पता मुझे इस तरह से क्यों कोर्ट में पेश किया गया। अंकल, जब आपको शिमला से लाया गया, कहा पुलिस ने कि मैंने जो गिरफ्तार कर लिया, मुजरिम को गिरफ्तार कर लिया, आपको गिरफ्तार करके पुलिस यहाँ लेके आती है, आप कह रहे हो कि मेरे से पूछताछ के लिए लाई थी यहाँ, उसके बाद यहाँ होता क्या है? तुम आते हो, यहाँ पर बात होती, लड़की का आमना सामना कराया जाता है? हाँ, लड़की के साथ आमना सामना हुआ। दूसरे दिन सुबह आमना सामना मेरा लड़की के साथ हुआ, क्योंकि रात को लेट पहुंचे थे काफ़ी। तो लड़की ने बोला कि इसकी डीपी थी, किसी ने लगाई हुई, पर मैं ना इसको जानती हूँ, ना इसका नाम मुझे पता है, ना मैं इसको जानती हूँ। तो उसने साफ मना कर दिया। और मैंने भी उस लड़की को पहली बार देखा है, कभी देखा ही नहीं आज तक, उसी दिन देखा पहली बार। तो उसने भी मना कर दिया था, मैंने मना कर दिया सबके सामने। उसके बाद हमें बिठा के रखा, उसके बाद कोर्ट ले गए। अब क्यों ले गए मुझे इस बारे में नहीं पता। कभी आप नहीं मिले थे? क्योंकि ये तार कहीं ना कहीं शिमला से जरूर जुड़ते हैं, हिमाचल से जरूर जुड़ते हैं। तो आप भी हिमाचल की, लड़की भी हिमाचल की है, वो नंबर भी हिमाचल का है, काफी तार जुड़ते हैं। क्या वो नंबर आपका था? नहीं सर, वो नंबर मेरा नहीं था, वो संजीव का नंबर था। तो बाकी भले ही मैं शिमला का हूँ, लेकिन उस लड़की से मैं कभी नहीं मिला हूँ। ये संजीव कौन है? संजीव वो आर्मी मैन संजीव, जिसको फौजी जब कहा जा रहा है। फौजी जी, वो उसका नंबर था। क्या फौजी के संपर्क में थे आप, या फौजी से कुछ लेन देन था? नहीं, मैं फौजी के संपर्क में भी नहीं था। फौजी ने तो बल्कि कोर्ट में भी हाथ खड़ा करके बोल दिया था कि इस लड़की की कोई गलती नहीं है। जज के सामने उसने हाथ खड़ा करके बोला है। मैंने फौजी को देखा हूँ, फौजी ने बोला कि मैं तेरे को नहीं जानता, मुझे नहीं पता था तू कौन है। ना हम दोनों, ना मैं फौजी को जानता हूँ, ना सनी मेहता को जानता हूँ, और ना ही उस लड़की को। इन तीनों के साथ मेरा दूर दूर तक कोई कनेक्शन नहीं है। उनका ये रहा हो, कोई फ्रेंड सर्कल हो, फ्रेंड सर्कल में ये लोग मिले हों, या इनसे कोई लेन देन हो, या तुम चंडीगढ़ यूनिवर्सिटी कभी आए थे? सर मैं कभी चंडीगढ़ यूनिवर्सिटी नहीं आया, और इनके साथ मेरा कोई लेन देन नहीं है। इनके साथ मेरा कोई कनेक्शन ही नहीं है, दूर दूर तक कोई कनेक्शन नहीं है। मैंने इन तीनों को पहली बार देखा है जिंदगी में। फिर इतना सब कुछ क्यों हुआ मेरे साथ, ये मुझे खुद नहीं पता, मुझे भी इसका जवाब चाहिए। अच्छा, आपको ये पता लगा कि आपकी डीपी कहाँ से आई? वो डीपी कौन सी थी? डीपी सर देखो, जो वहाँ पे बोला है, डीपी मेरी फेसबुक पे लगी है, इंस्टाग्राम पे लगी है। फिर वो किसी फ्रेंड सर्च ऐप का नाम ले रहा था फौजी की, उससे निकाली है तेरी फ़ोटो। अब वो कैसे निकाली है वो मुझे खुद नहीं पता। वो कंप्लेंट की है कि क्या हुआ कैसे, वो वही पता लग ही जाएगा जब वो बताएगा कि किस तरह से निकाली, कहाँ से। पर वो जो मेरी डीपी है वो फेसबुक पे थी, इंस्टाग्राम पे थी वो डीपी। मे भी आप वहाँ से निकालिए, कोई फ्रेंड सर्च है वो बोल रहा था, वहाँ से निकालिए। अच्छा, पंकज वर्मा को ना सोशल मीडिया पे कहें या खबरों में कहें तो पंकज वर्मा को देखा जा रहा है कि एक वीडियो वायरल करने वाली लड़की के साथ में संपर्क थे, लेकिन असल में पंकज वर्मा है कौन है? असल में पंकज वर्मा करता क्या था और जो इस जाल में फंस गया? सर मेरी एक ट्रैवल कंपनी का ऑनर हूँ मैं, पिछले 2-3 साल से कंपनी चला रहा हूँ। तो मैं सिर्फ वही काम करता हूँ, उसके अलावा मेरे पास टाइम नहीं होता कुछ भी करने के लिए किसी के साथ। बहुत फ्रेंड सर्कल भी बहुत ज़्यादा बड़ा नहीं है, बस अपना ट्रैवल का काम है, अपना बिजनेस है, MBA की स्टडी की है, बस अपना बिजनेस सेटअप किया है, बस वही काम करता हूँ। बाकी मैं ऐसा कुछ काम करता नहीं हूँ कुछ भी। ना ही मैं कोई सोशल मीडिया में बहुत ज़्यादा एक्टिव रहता हूँ, बहुत जाता हूँ, या कोई ब्लॉगर हूँ या कोई टिकटॉक पे जाता हूँ। इनमें से मैं कोई भी कुछ भी काम नहीं करता। मैं सिर्फ अपना काम करता हूँ ट्रैवल कंपनी का, और कुछ भी नहीं। बाकी मैं कोई इस तरह की नहीं हूँ कि कोई कहीं बहुत ज़्यादा फेमस हो सोशल मीडिया में, या फिर किसी चीज़ में फेमस हो, तो ऐसा कुछ नहीं। मैं सिर्फ एक ट्रैवल कंपनी चलाता हूँ। अच्छा अंकल, आपको बताया किसने कि आपकी वीडियो इस तरीके से फोटो वायरल हो रही है? कैसे पता लगता है कि ये वायरल हो रही है और इस तरीके से खबरें चल रही हैं? क्योंकि उस समय तो यही हुआ कि पंकज वर्मा को गिरफ्तार का, हालांकि नाम भी नहीं पता था कि वो व्यक्ति है कौन है, सिर्फ एक शिमला से तार जुड़ रहे थे। सर ये मुझे सुबह मेरे एक दोस्त का कॉल आया, तो उसने मुझे बताया। उसके बाद जब एक कॉल आया तो अचानक 2-4 मिनट बाद फिर कॉल्स पे कॉल्स आने लग गए। मेरे कज़न का कॉल आया और 2-3 दोस्तों का कॉल आया। मेरे पड़ोस में लड़के थे, उनको कॉल आया दोस्तों का कि भाई इसने क्या किया है क्या नहीं है, सबके कॉल आ गए। तो सब ने बोला कि ऐसा तो हो नहीं सकता। जब बहुत ज़्यादा कॉल आने लग गए तो फिर
जाना था, काफ़ी कॉल आया मुझे कि ये सब क्या है। तब मैं पुलिस स्टेशन गया क्योंकि मैं काफ़ी डर गया था कि ये तो इतना बड़ा केस है और मेरी फ़ोटो वायरल हो रही है, तो बहुत गलत बात है। अच्छा, आपने कंप्लेंट लिखाई जाके कि ये फोटो मेरी वायरल हो रही है और उसके ऊपर क्यों हो रही है, कैसे क्यों? हाँ, ढली पुलिस स्टेशन में मैंने कंप्लेंट दे दी थी। वहाँ पे वो कंप्लेंट है वो मैंने दे दी थी कि मैं इस पर एक्शन लो, इस पर एक्शन लेना ज़रूरी है। तब उन्होंने मोहाली पुलिस स्टेशन कॉल किया और उसके बाद जो कुछ हुआ मैंने। अच्छा, रंगे लगता है कि कोई आसपास का कोई दोस्त हो जिसने ये फोटो दी हो और इस तरीके से कुछ किया हो, या पुराना ऐसा कुछ बैकग्राउंड रहा हो? नहीं सर, ऐसा कुछ भी नहीं हो सकता क्योंकि देखो क्या है कि लड़की को मैं नहीं जानता, सनी मेहता को मैं नहीं जानता, वो लोग मुझे नहीं जानते, और जो फौजी है उसको भी मैं नहीं जानता, और जो फौजी है वो बहुत दूर का है। उसका यहाँ पे मेरे दोस्तों के साथ कोई कनेक्शन मिलना या किसी के साथ कनेक्शन मिलना बहुत मुश्किल है। और ऐसा कोई मेरा दुश्मन भी नहीं है, ना मेरी कभी किसी के साथ लड़ाई हुई है, तो ऐसा मेरे साथ कोई कर नहीं सकता, ना मुझे ऐसा किसी के ऊपर शक है। वो जम्मू में है, उसको पकड़ के बॉर्डर से लाया, चाइना बॉर्डर से, तो कोई कनेक्शन बनता ही नहीं दूर दूर तक। वहाँ कौन भेजेगा एक फौजी को? इस तरह से नहीं हो सकता कुछ। वो पता नहीं क्यों उसने लगाई है और किसी ऐप से निकाली है, और क्यों उसका यूज़ कर रहा था वही बता सकता है। ਕਿਉਂ ਵਾਲਾ ਸਵਾਲ ਬੜਾ ਵੱਡਾ ਹੈ ਕਿ 20 ਦਿਨ ਦੀ ਜੇਲ੍ਹ ਵੀ ਕੱਟਣੀ ਪੈ ਗਈ ਇਸ ਕਿਉਂ ਦੇ ਪਿੱਛੇ ਕਿ ਫੋਟੋ ਵਾਇਰਲ ਹੁੰਦੀ ਕਿੱਥੋਂ ਹੈ, ਜਾਂਦੀ ਕਿਵੇਂ ਹੈ, ਔਰ ਇਸ ਫੋਟੋ ਦਾ ਮਿਸਯੂਜ਼ ਇਸ ਤਰੀਕੇ ਦੇ ਨਾਲ ਕਿਉਂ ਕੀਤਾ ਜਾਂਦਾ ਹੈ ਕਿ ਇਹ ਫੋਟੋ ਜਿਹੜੀ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਟ੍ਰੋਲ ਹੋ ਜਾਂਦੀ ਹੈ। ਰੰਗਜ ਵਰਮਾ ਦੇ ਵਕੀਲ ਮੇਰੇ ਨਾਲ ਮੌਜੂਦ ਨੇ। ਸੋਹਲ ਸਾਹਿਬ, ਜੇਕਰ ਕਹੀਏ ਕੇਸ ਤੇ ਕਾਫੀ ਉਲਝਿਆ ਜਿਹੜਾ ਨਜ਼ਰ ਆ ਰਿਹਾ, ਕਿਉਂਕਿ ਉਹ ਕਹਿੰਦਾ ਮੈਂ ਕੁੜੀ ਨੂੰ ਜਾਣਦਾ ਹੀ ਨਹੀਂ, ਉਸ ਫੌਜੀ ਨੂੰ ਮੈਂ ਜਾਣਦਾ ਹੀ ਨਹੀਂ, ਉਸ ਆਸ਼ਕ ਨੂੰ ਮੈਂ ਜਾਣਦਾ ਨਹੀਂ ਜਿਹੜਾ ਉਹਦੇ ਨਾਲ ਕਿਤੇ ਨਾ ਕਿਤੇ ਗੱਲਬਾਤ ਕਰਦਾ ਸੀ। ਇਹ ਪੂਰਾ ਮਾਮਲਾ ਕੀ ਹੈ? ਤੁਸੀਂ ਲਗਾਤਾਰ ਜਿਹੜੀ ਇਸ ਨੂੰ ਇਹ ਕੇਸ ਲੜ ਰਹੇ ਹੋ, ਔਰ ਇਸ ਪੂਰਾ ਮਾਮਲਾ ਕੀ ਹੈ? सर मामला ये है जी कि किसी ने मेरी फोटो डाउनलोड कर ली, मिसटेकन आइडेंटिटी का केस बना के मेरी मिसयूज की गई फोटो, ते फोटो ਨੂੰ मिसयूज करके शायद ਉੱਥੋਂ ਕੁਝ ਕੀਤਾ ਜਾ ਰਿਹਾ ਸੀ, ਕੋਈ ਬਲੈਕਮੇਲਿੰਗ ਟਾਈਪ ਕੁਝ ਕੀਤੀ ਜਾ ਰਹੀ ਹੋਏਗੀ। मैं खुद अगे आया, कोऑपरेट किया पुलिस नाल कि जी मेरी फोटो है, मेरा इस केस ਨਾਲ ਕੋਈ ਲੈਣਾ ਦੇਣਾ नहीं है, जबकि मैं सच्चा सी तद ही मैं सामने आया और मैनू इत्थे लिया के 20 दिन जेल च रखा गया बिना किसी कारण दे, बिना किसी एविडेंस से, बिना किसी सबूत दे। मैनू 20 दिन तक जेल च रखना जाना पिया जस्ट बिकॉज मैं उत्थों तक कुछ लेना देना नहीं है। हुण मैं तुहानूं एक चीज़ होर क्लीयर करदा, ਆਪਾਂ ਨੂੰ ਲੱਗਦਾ ਹੈ शिमला शहर ਦੀ ਗੱਲ ਹੋ ਰਹੀ ਹੈ। ਸਰ शिमला शहर ਦੀ ਗੱਲ ਨਹੀਂ ਹੈ, ਇਹ शिमला डिस्ट्रिक्ट ਦੀ ਗੱਲ ਹੋ ਰਹੀ ਹੈ, ਜਿੱਥੇ ਇਹ ਮੁੰਡਾ ਰਹਿੰਦਾ ਹੈ ਔਰ ਜਿੱਥੇ ਉਹ ਦੋਨੋਂ ਰਹਿੰਦੇ ਨੇ ਨੰਬਰ 1 ਐਂਡ 2 ਅਕਿਊਜ਼ਡ, ਉਹ 90 ਕਿਲੋਮੀਟਰ ਦੂਰ ਹੈ ਜੀ। ਮੁੰਡਾ MBA ਕੀਤਾ, ਐਜੂਕੇਟਿਡ ਮੁੰਡਾ ਹੈ, ਇੰਨਾ ਵਧੀਆ ਬਿਜ਼ਨਸ ਰਨ ਕਰ ਰਿਹਾ ਹੈ, ਸਕਸੈਸਫੁਲ ਬਿਜ਼ਨਸਮੈਨ ਹੈ, ਉਹਨੂੰ ਐਸੇ ਕੰਮਾਂ 'ਚ ਆਉਣ ਦੀ ਲੋੜ ਕੀ ਹੈ ਜੀ। ਤੇ ਦੂਸਰੀ ਗੱਲ ਇਹ ਰਹੇਗੀ ਕਿ ਜਦੋਂ ਉਹ ਖੁਦ ਹੀ ਜਿਹੜੇ ਬਾਕੀ ਅਕਿਊਜ਼ ਨੇ ਤੁਹਾਡੇ ਪੁਲਿਸ ਵਾਲਿਆਂ ਦੇ ਸਾਹਮਣੇ ਆ ਕੇ ਕਹਿੰਦੇ ਨੇ ਕਿ ਜੀ ਇਸ ਮੁੰਡੇ ਦਾ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਡਿਸਪਾਈਟ ਆਫ ਦੈਟ ਫੈਕਟ ਤੁਸੀਂ ਉਹਨੂੰ ਅਰੈਸਟ ਪਾ ਰਹੇ ਹੋ, ਅਰੈਸਟ ਪਾ ਕੇ ਉਹਨੂੰ ਰਿਮਾਂਡ ਮੰਗ ਰਹੇ ਹੋ, ਉਹਦੀ ਪਹਿਲਾਂ 7 ਦਿਨ ਦੀ ਫਿਰ 5 ਦਿਨ ਦੀ। ਕੀ ਕਰਨਾ, ਕੀ ਲੱਭਣਾ ਕੀ ਚਾਹ ਰਹੇ ਸੀਗੇ ਜੀ? ਮੈਂ ਵੀ ਤੁਹਾਡੇ ਤੋਂ ਜਾਣਨਾ ਚਾਹ ਰਿਹਾ ਹਾਂ ਕਿ ਪੁਲਿਸ ਲੱਭਣਾ ਕੀ ਚਾਹ ਰਹੀ ਸੀ, ਕਿਉਂਕਿ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਸੀ, ਕਾਮਯਾਬੀ ਦੱਸੀ ਜਾ ਰਹੀ ਸੀ ਕਿ ਅਸੀਂ ਤੇ ਰਾਤੋਂ ਰਾਤ ਹੀ ਮੁੰਡਾ ਚੱਕ ਲਿਆ, ਰਾਤੋਂ ਰਾਤ ਹੀ ਗ੍ਰਿਫਤਾਰ ਕਰ ਲਿਆ। ਹਾਲਾਂਕਿ ਮੁੰਡਾ ਕਹਿੰਦਾ ਮੇਰਾ ਤਾਂ ਕੋਈ ਲੈਣ ਦੇਣ ਨਹੀਂ ਸੀ, ਕਿ ਮੈਂ ਤੇ ਕੰਪਲੇਂਟ ਤੱਕ ਕਰਨ ਚਲਾ ਗਿਆ ਸੀ ਥਾਣੇ ਦੇ ਵਿੱਚ ਕਿ ਮੇਰੀ ਇਹ ਫੋਟੋ ਜਿਹੜੀ ਹੈ ਵਾਇਰਲ ਹੁੰਦੀ ਹੈ। ਕੀ ਲੱਗਦਾ ਕਾੜੀ ਕਿੱਥੇ ਸੀਗੀ? ਕਿ ਉੱਪਰੋਂ ਕੋਈ ਪ੍ਰੈਸ਼ਰ ਸੀਗਾ ਜਾਂ ਚੰਡੀਗੜ੍ਹ ਯੂਨੀਵਰਸਿਟੀ ਕਿਤੇ ਨਾ ਕਿਤੇ ਆਪਣਾ ਨਾਮ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ? ਸਰ ਮੈਂ ਤਾਂ ਇਹ ਕਹੂੰਗਾ ਕਿ ਇਹ ਸਾਰਾ ਗੇਮ ਹੀ ਪ੍ਰੈਸ਼ਰ ਦਾ ਸੀਗਾ। ਇਰਰਿਸਪੌਂਸਿਬਲ ਇਨਵੈਸਟੀਗੇਸ਼ਨ ਦਾ ਰੋਲ ਹੈ ਜੀ ਇਹਦੇ ਵਿੱਚ। ਜਸਟ ਬਿਕੋਜ਼ ਬਾਹਰ ਪ੍ਰੈਸ਼ਰ ਹੈ, ਰੋਲਾ ਰੱਪਾ ਪੈ ਰਿਹਾ ਹੈ, ਮੀਡੀਆ ਸਵਾਲ ਪੁੱਛ ਰਿਹਾ ਹੈ, ਤੇ ਇਹਨਾਂ ਨੂੰ ਲੱਗਿਆ ਜੀ ਜੋ ਆਂਦਾ ਉਹਨੂੰ ਬਿਠਾ ਲਓ, ਅਰੈਸਟ ਪਾ ਲਓ, ਸ਼ਾਇਦ ਮੀਡੀਆ ਸ਼ਾਂਤ ਹੋ ਜਾਏਗਾ। ਇਸ ਤੋਂ ਇਲਾਵਾ ਜਦੋਂ ਅਸੀਂ ਡੇ 1 ਤੇ ਜੀ ਇੱਕ ਚੀਜ਼ ਮੈਂ ਤੁਹਾਨੂੰ ਬੜੀ ਵਧੀਆ ਇੱਥੇ ਦੱਸਣਾ ਚਾਹੁੰਦਾ, ਮੈਂ ਤੁਹਾਨੂੰ ਡਾਕੂਮੈਂਟ ਦਿਖਾਣਾ ਜੀ, ਉਹਦੇ ਵਿੱਚ ਕਲੀਅਰ ਕੱਟ ਮੈਂ ਖੁਦ ਜਾ ਕੇ ਪੁਲਿਸ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਨ ਦੀ ਰਿਕੁਐਸਟ ਕਰ ਰਿਹਾ। ਇੱਥੇ ਆ ਕੇ ਕੋਰਟ 'ਚ ਕਹਿੰਦੇ ਨੇ ਕਿ ਇਹ ਅਸੀਂ ਜੀ ਇਹਨੂੰ ਅਰੈਸਟ ਕੀਤਾ ਡਿਸਕਲੋਜ਼ਰ ਸਟੇਟਮੈਂਟ ਦੇ ਉੱਤੇ। ਤੁਸੀਂ ਕੋਰਟ ਨੂੰ ਗੁੰਮਰਾਹ ਕਰ ਰਹੇ ਹੋ, ਸ਼ਰੇਆਮ ਗੁੰਮਰਾਹ ਕਰ ਰਹੇ ਹੋ, ਜਦ ਕਿ ਡਾਕੂਮੈਂਟਸ ਹੈਗੇ ਨੇ। ਤੁਸੀਂ ਕੋਰਟ ਨੂੰ ਕਹਿੰਦੇ ਹੋ ਜੀ ਇਹਨੇ ਸਨੀ ਮਹਿਤਾ ਨੇ ਡਿਸਕਲੋਜ਼ਰ ਕੀਤਾ, ਅਸੀਂ ਉਹਦੇ ਬੇਸਿਸ ਤੇ ਕੀਤਾ। ਕਦੀ ਤੁਸੀਂ ਜਾ ਕੇ ਕੋਰਟ 'ਚ ਕਹਿ ਰਹੇ ਹੋ ਕਿ ਜੀ ਇਹਨੇ ਕਨਫੈਸ਼ਨ ਕਰ ਲਿਆ ਜੀ, ਕਦੀ ਤੁਸੀਂ ਕਹਿ ਰਹੇ ਹੋ ਜੀ CFSL ਪੈਂਡਿੰਗ ਹੈਗੀ ਹੈ। ਤੁਸੀਂ ਪਹਿਲੇ ਬੇਸਿਕ ਜਿਹੜਾ ਆਫੈਂਸ ਹੈ ਉਹਦੇ ਇਨਗਰੀਡੀਐਂਟ ਨਾਲ ਮੈਨੂੰ ਐਸੋਸੀਏਟ ਤਾਂ ਕਰੋ ਜੀ। ਜਸਟ ਬਿਕੋਜ਼ ਪ੍ਰੈਸ਼ਰ ਹੈ, ਜੋ ਸਾਹਮਣੇ ਆਂਦਾ ਜੀ ਉਹਨੂੰ ਫੜ ਲਓ। ਔਰ ਕਿਤੇ ਨਾ ਕਿਤੇ ਮੈਂ ਮੰਨਦਾ ਜੀ ਗਲਤੀ ਸ਼ਾਇਦ ਸਾਡੀ ਸੋਸਾਇਟੀ ਦੀ ਵੀ ਹੈ ਔਰ ਸਾਡੇ ਪੋਲੀਟੀਕਲ ਲੀਡਰਸ ਦੀ ਵੀ ਹੈ, ਜਿਨ੍ਹਾਂ ਨੇ ਬਿਨਾਂ ਮੈਟਰ ਨੂੰ ਸਮਝੇ ਵੱਡੇ ਵੱਡੇ ਕਮੈਂਟ ਕਰਤੇ ਟਵਿੱਟਰ ਦੇ ਉੱਤੇ, ਚਾਹੇ ਕੋਈ ਵੀ ਹੋਵੇ, ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਸੇ ਦਾ, ਕਿ ਇਸ ਕੇਸ ਦੇ ਵਿੱਚ ਜੀ ਜੋ ਵੀ ਇਨਵੋਲਡ ਹੈ ਅਸੀਂ ਬਖਸ਼ਾਂਗੇ ਨਹੀਂ। ਮੈਂ ਖੁਦ ਇਹ ਗੱਲ ਕਹਿੰਦਾ ਕਿ ਜੇ ਕਿਸੇ ਨੇ ਇੰਨਾ ਗੰਦਾ ਕੰਮ ਕੀਤਾ ਹੈ ਉਹਨੂੰ ਜ਼ਰੂਰ ਸਜ਼ਾ ਮਿਲੇ, ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਕੋਈ ਕੰਮ ਕੋਈ ਕਰੇ ਤੇ ਜੀ ਸਜ਼ਾ ਕੋਈ ਭੁਗਤੇ। ਤੇ ਬਹੁਤ ਹੀ ਜ਼ਿਆਦਾ ਗਲਤ ਕੰਮ ਹੋਇਆ ਹੈ, ਮੁੰਡੇ ਦੀ ਜ਼ਿੰਦਗੀ ਖਰਾਬ ਕਰਨ ਦਾ ਕੰਮ ਹੋਇਆ ਹੈ ਔਰ ਬਹੁਤ ਹੀ ਜ਼ਿਆਦਾ ਇਰਰਿਸਪੌਂਸਿਬਲ ਬਿਹੇਵੀਅਰ ਦਿਖਾਇਆ ਗਿਆ ਹੈ। ਇਹ ਕੋਈ ਵੀ ਇਹਦੇ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਵਾਲੀ ਇੱਕ ਵੀ ਚੀਜ਼ ਨਹੀਂ ਹੈ ਜੀ।
ਵਕੀਲ ਸਾਹਿਬ ਇਹ ਜਿਹੜਾ ਕੇਸ ਸੀਗਾ ਇਹ ਕਾਫੀ ਇਹੋ ਜਿਹਾ ਕੇਸ ਸੀਗਾ ਕਿ ਕੋਈ ਮੈਨੂੰ ਲੱਗਦਾ ਕਿ ਵਕੀਲ ਆਮ ਵਕੀਲ ਤੇ ਨਹੀਂ ਇਸ ਕੇਸ ਨੂੰ ਲੈਂਦਾ ਸੀਗਾ, ਕਿਉਂਕਿ ਪੂਰਾ ਦੇਸ਼ ਹੀ ਇੱਕ ਪਾਸੇ ਹੋ ਗਿਆ ਸੀਗਾ ਕਿ ਚੰਡੀਗੜ੍ਹ ਯੂਨੀਵਰਸਿਟੀ ਲਾਲਾ ਹੋ ਗਈ ਸੀਗੀ ਕਿ ਇਹ ਕੇਸ ਕਿਹੜੇ ਪਾਸੇ ਜਾ ਰਿਹਾ। ਇਹ ਸੰਪਰਕ ਦੇ ਵਿੱਚ ਕਿੱਥੋਂ ਆਉਂਦੇ ਨੇ ਤੁਹਾਡੇ ਕੋਲ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਸਹੀ ਸੀਗੇ ਕਿ ਉਸ ਸਮੇਂ ਜਦੋਂ, ਕਿਉਂਕਿ ਵੀਡੀਓ ਫੋਟੋ ਵਾਇਰਲ ਹੁੰਦੀ ਹੈ, ਇਹ ਫੋਟੋ ਤਾਰ ਸਿਮਲੇ ਦੇ ਨਾਲ ਜੁੜਦੇ ਨੇ, ਹਿਮਾਚਲ ਦੇ ਨਾਲ ਜੁੜਦੇ ਨੇ, ਔਰ ਤਿੰਨੋਂ ਵਿਅਕਤੀ ਹਿਮਾਚਲ ਦੇ ਹੁੰਦੇ ਨੇ, ਕਿਤੇ ਨਾ ਕਿਤੇ ਤਾਰ ਕਾਫੀ ਜੁੜਦੇ ਨੇ। ਤੁਹਾਨੂੰ ਕੀ ਲੱਗਿਆ ਕਿ ਇਹ ਕਿੱਥੋਂ ਸਹੀ ਸੀਗੇ ਇਹ ਲੋਕ, ਤੁਹਾਨੂੰ ਕਿੱਦਾਂ ਪਤਾ ਲੱਗਦਾ ਇਹ ਸਾਰੇ ਸਹੀ ਨੇ? ਸਰ ਗੱਲ ਇਹ ਹੈ ਕਿ ਜੀ ਜਦੋਂ ਡੇ 1 ਤੇ ਸਾਰੀ ਨਿਊਜ਼ ਆਈ, ਇੰਨਾ ਕੁਝ ਹੋ ਹੱਲਾ ਮਚ ਰਿਹਾ ਸੀਗਾ ਤੇ ਅਸੀਂ ਕਿ ਪਤਾ ਨਹੀਂ ਕੀ ਹੋ ਗਿਆ, ਬਟ ਫਿਰ ਮੇਰੀ ਵਾਈਫ ਹੈ ਪ੍ਰਤਿਭਾ ਬਾਲੀ ਜੋਹਲ, ਉਹਨਾਂ ਦੇ ਕੰਟੈਕਟ ਦੇ ਥਰੂ ਇਹਨਾਂ ਦੀ ਫੈਮਿਲੀ ਨੇ ਮੈਨੂੰ ਕੰਟੈਕਟ ਕੀਤਾ। ਮੈਂ ਇੱਥੇ ਪਿਛਲੇ 8 ਸਾਲ ਤੋਂ ਪ੍ਰੈਕਟਿਸ ਕਰ ਰਿਹਾ, ਮੈਂ ਸਿੱਧਾ ਕੇਸ ਲੈਣ ਤੋਂ ਮਨਾ ਨਹੀਂ ਕੀਤਾ। ਮੈਂ ਕਿਹਾ ਜੀ ਪਹਿਲੇ ਮੈਂ ਮੁੰਡੇ ਨੂੰ ਮਿਲੂੰਗਾ, ਉਹਦੀ ਪੂਰੀ ਗੱਲ ਸੁਣੂੰਗਾ, ਉਸ ਤੋਂ ਬਾਅਦ ਡਿਸਾਈਡ ਕਰੂੰਗਾ ਕੇਸ ਦੇ ਬਾਰੇ ਕੀ ਕਰਨਾ ਹੈ। ਮੈਨੂੰ ਫੈਮਿਲੀ ਨੇ ਇੱਕ ਇੱਕ ਗੱਲ ਦੱਸੀ, ਲੇਕਿਨ ਮੈਂ ਮੁੰਡੇ ਨੂੰ ਕੋਰਟ ਦੀ ਪਰਮਿਸ਼ਨ ਲੈ ਕੇ ਮਿਲਿਆ, ਘੰਟਾ ਸਵਾ ਘੰਟਾ ਮੈਂ ਇਹਦੇ ਨਾਲ ਇੱਕ ਇੱਕ ਸਵਾਲ ਪੁੱਛਿਆ, ਆਪਣੇ ਆਪ ਨੂੰ ਸੈਟੀਸਫਾਈ ਕੀਤਾ, ਔਰ ਜਦੋਂ ਮੈਂ ਖੁਦ ਸੈਟੀਸਫਾਈ ਹੋ ਗਿਆ ਕਿ ਇਸ ਮੁੰਡੇ ਦਾ ਜੀ ਕੋਈ ਰੋਲ ਨਹੀਂ ਹੈ, ਫਿਰ ਅਸੀਂ ਪੂਰੀ ਜਿੱਦ ਨਾਲ ਲੜੇ ਹਾਂ ਜੀ, ਔਰ ਇਹ ਜੰਗ ਨਹੀਂ ਖਤਮ ਹੋਈ। ਅਸੀਂ ਹਾਲੇ ਸਿਰਫ ਇੱਕ ਮੇਜਰ ਵਿਕਟਰੀ ਲਿੱਤੀ ਹੈ। ਜਦ ਤੱਕ ਇਸ ਮੁੰਡੇ ਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਇਸ ਕੇਸ ਨੂੰ ਖਤਮ ਨਹੀਂ ਹੋਣ ਦਾਂਗੇ। ਵਕੀਲ ਸਾਹਿਬ ਜਦੋਂ ਇਹ ਪੂਰਾ ਸਭ ਕੁਝ ਹੁੰਦਾ 6-6 ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ, ਉਸ ਦੇ ਉੱਪਰ ਕਿਹਾ ਜਾਂਦਾ ਹੈ ਕਿ ਸਟੂਡੈਂਟ ਜਦੋਂ ਤੋਂ ਰੌਲਾ ਪਾ ਰਹੇ ਸੀ ਕਹਿੰਦੇ ਤੁਸੀਂ ਪ੍ਰੂਫ ਦਿਖਾਓ ਕੀ ਹੋਇਆ, ਕਿਸ ਕੁੜੀ ਦੀ ਵੀਡੀਓ ਵਾਇਰਲ ਹੋਈ ਹੈ, ਕਿਸ ਨੇ ਸੁਸਾਈਡ ਅਟੈਂਪਟ ਹੋਇਆ, ਵੀਡੀਓ ਦਿਖਾਓ। ਸਬੂਤ ਤੇ ਚਲੋ ਲੋਕਾਂ ਤੋਂ ਮੰਗਦੀ ਰਹੀ ਪੁਲਿਸ, ਕਿ ਪੁਲਿਸ ਨੇ ਸਬੂਤ ਦਿਖਾਇਆ ਕੋਰਟ ਦੇ ਵਿੱਚ ਕਿ ਆ ਸਬੂਤ ਸੀ ਇਹ ਮੁੰਡੇ ਦੇ ਖਿਲਾਫ, ਕਿਸੇ ਵੀ ਫੋਟੋ ਦੇ ਆਧਾਰ ਤੇ ਪਰਚਾ ਦਰਜ ਕਰਤਾ? ਸਰ ਮੈਂ ਔਨ 에ਅਰ ਦਾ ਬਹੁਤ ਧੰਨਵਾਦੀ ਹਾਂ ਕਿ ਔਨ 에ਅਰ ਨੇ ਬਹੁਤ ਅੱਛਾ ਫੁਟੇਜ ਮੈਨੂੰ ਦਿਖਾਇਆ। ਮੈਂ ਬੈਠ ਕੇ 10 ਘੰਟੇ ਇੱਕ ਬੱਚੇ ਦਾ ਇੰਟਰਵਿਊ ਦੇਖਿਆ, ਇੱਕ ਚੀਜ਼ ਉੱਥੇ ਹੋਈ ਉਹਦਾ ਮੁਆਇਨਾ ਕੀਤਾ। ਉੱਥੇ ਇੱਕ ਵੀ ਬੱਚੇ ਨੇ ਸਾਹਮਣੇ ਆ ਕੇ ਇਹ ਗੱਲ ਨਹੀਂ ਕਬੂਲੀ ਕਿ ਜੀ ਮੇਰੀ ਵੀਡੀਓ ਸੀ ਔਰ ਮੈਂ ਆਪਣੀ ਵੀਡੀਓ ਵਾਇਰਲ ਹੁੰਦੀ ਹੋਈ ਦੇਖੀ ਹੈ ਜੀ। ਤੇ ਇਹਦੇ ਵਿੱਚ ਕੰਪਲੇਨੈਂਟ ਕੌਣ ਹੈ? DSW, ਜੋ ਕਹਿੰਦੀ ਹੈ ਕਿ ਜੀ ਸਾਨੂੰ ਸ਼ੱਕ ਹੋਇਆ ਹੈ ਤੇ ਸ਼ੱਕ ਦੇ ਬਿਆਨ ਦੇ ਉੱਤੇ ਅਸੀਂ FIR ਕਰਾ ਰਹੇ ਹਾਂ ਜੀ। ਕੀ ਆਪਾਂ ਪ੍ਰਾਈਮਾ ਫੈਸੀ ਕੇਸ ਨਹੀਂ ਦੇਖਾਂਗੇ ਕਿ ਕੋਈ ਇਨਵੈਸਟੀਗੇਸ਼ਨ ਜਿਹੜੀ ਕਰਨਾ ਚਾਹ ਰਹੇ ਹਾਂ ਅਸੀਂ, ਕੀ ਇਹਦੇ ਵਿੱਚ ਕੋਈ ਦਮ ਹੈਗਾ? ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜੀ 6 ਸੀਨੀਅਰ ਆਫੀਸਰ ਕਹਿ ਰਹੇ ਨੇ ਕੋਈ ਵੀਡੀਓ ਨਹੀਂ ਹੈ ਜੀ, ਤੇ ਜੇ ਕੋਈ ਵੀਡੀਓ ਹੈ ਹੀ ਨਹੀਂ ਤੇ ਜੀ ਤੁਸੀਂ FIR ਕਿਸ ਚੀਜ਼ ਦੀ ਕਰ ਰਹੇ ਹੋ? FIR ਦਾ ਮਤਲਬ ਤੇ ਇਹ ਸੀਗਾ ਕਿ ਸ਼ਾਇਦ ਪ੍ਰੈਸ਼ਰ ਪੈ ਗਿਆ ਪਬਲਿਕ ਦਾ, ਆਊਟਰੇਜ ਹੋ ਗਿਆ ਸੋਸ਼ਲ ਮੀਡੀਆ ਤੇ ਕਿ ਹਾਏ ਹੱਲਾ ਹੋ ਗਿਆ, ਕੀ ਕਰਤਾ ਮੁੰਡੇ ਨੇ, ਤੇ ਅਸੀਂ ਜੀ FIR ਦੇਤੀ। FIR ਦੇ ਕੇ ਅਸੀਂ ਕਦੀ ਕੋਰਟ ਨੂੰ ਗੁੰਮਰਾਹ ਕਰ ਰਹੇ ਹਾਂ, ਕਦੀ ਅਸੀਂ ਮੀਡੀਆ ਨੂੰ ਗੁੰਮਰਾਹ ਕਰ ਰਹੇ ਹਾਂ। ਸੱਚ ਕੀ ਹੈ ਉਹ ਅੱਜ ਤੱਕ ਜੀ ਸਾਹਮਣੇ ਨਹੀਂ ਆਉਂਦਾ। ਵਕੀਲ ਸਾਹਿਬ ਕਿਹੜੇ ਆਧਾਰ ਤੇ ਫਿਰ ਇਸ ਮੁੰਡੇ ਨੂੰ ਖਿੱਚਿਆ ਜਾ ਰਿਹਾ ਸੀ? 20 ਦਿਨ ਦਾ ਸਮਾਂ ਵੀ ਲਵਾਤਾ, ਅੰਦਰ ਪੁੱਛਤਾਛ ਵੀ ਹੋਈ, ਕਹਿੰਦੇ ਡਾਕੂਮੈਂਟ ਵੀ ਕੋਈ ਸਾਈਨ ਕੀਤੇ ਮੁੰਡੇ ਨੇ, ਕਿਹਾ ਕਿ ਹਾਂ ਕਬੂਲ ਕੀਤਾ, ਇਸ ਤਰੀਕੇ ਦੇ ਨਾਲ ਵੀ ਗੱਲਾਂ ਸਾਹਮਣੇ ਆਈਆਂ। ਸਰ ਇਹ ਸ਼ਰੇਆਮ ਕੋਰਟ ਨੂੰ ਮਿਸਗਾਈਡ ਕਰਨ ਦਾ ਕੰਮ ਕੀਤਾ ਗਿਆ ਜੀ, ਝੂਠ ਦੱਸਿਆ ਗਿਆ ਹੈ। ਮੇਰਾ ਤੇ ਉਹੀ ਸਵਾਲ ਹੈ ਜੀ, ਜੇ ਕੋਈ ਵੀਡੀਓ ਹੈ ਹੀ ਨਹੀਂ ਤੇ ਵੀਡੀਓ ਕਿਹੜੀ ਸਰਕੂਲੇਟ ਹੋਈ? ਇਸ ਮੁੰਡੇ ਨੇ ਕਿਹੜੀ ਵੀਡੀਓ ਭੇਜੀ ਜਿਹਨੂੰ ਇਹ ਮੰਨ ਰਿਹਾ? ਜਾਂ ਤੇ ਤੁਸੀਂ ਖੁੱਲ ਕੇ ਆ ਕੇ ਕਹੋ ਕਿ ਵੀਡੀਓ ਹੈ ਸਾਹਮਣੇ, ਫਿਰ ਅਸੀਂ ਇਸ ਗੱਲ ਨੂੰ, ਇਸ ਕੇਸ ਦਾ ਸ਼ਾਇਦ ਕੋਈ ਤੱਥ ਬਣਦਾ ਹੈ ਕਿ ਇਹ ਕੇਸ ਚੱਲੇ। ਬਟ ਜੇ ਕੋਈ ਵੀਡੀਓ ਹੀ ਨਹੀਂ ਹੈ ਤੇ ਤੁਸੀਂ ਕੀ ਕਰ ਰਹੇ ਹੋ ਇਨਵੈਸਟੀਗੇਸ਼ਨ? ਦੂਸਰੀ ਗੱਲ, ਜਿੱਥੋਂ ਤੱਕ ਸਾਡਾ ਰੋਲ ਰਿਹਾ ਜੀ, ਸਾਡਾ ਤੇ ਦੂਰ ਤੱਕ ਇਸ ਕੇਸ ਦੇ ਵਿੱਚ ਕੁਝ ਵੀ ਲੈਣਾ ਦੇਣਾ ਨਹੀਂ ਹੈ ਜੀ। ਨਾ ਅਸੀਂ ਮੁੰਡੇ ਨੂੰ ਜਾਣਦੇ ਹਾਂ ਜੀ ਸੰਜੀਵ ਸਿੰਘ ਨੂੰ, ਨਾ ਸਨੀ ਮਹਿਤਾ ਸਾਡਾ ਕਦੀ ਐਸੋਸੀਏਟ ਰਿਹਾ ਹੈ, ਔਰ ਜਿਹੜੀ ਕੁੜੀ ਹੈ ਉਹਦੇ ਨਾਲ ਵੀ ਅੱਜ ਤੱਕ 17 ਸਤੰਬਰ 2022 ਤੋਂ ਪਹਿਲਾਂ ਅਸੀਂ ਕਦੀ ਵੀ ਇਨ ਟੱਚ ਨਹੀਂ ਹੈਗੇ। ਸਿਰਫ ਮੇਰੀ ਫੋਟੋ ਦਾ ਮਿਸਯੂਜ਼ ਹੁੰਦਾ ਹੈ, ਮਿਸ ਆਇਡੈਂਟੀਟੀ ਹੁੰਦੀ ਹੈ, ਤੇ ਮੇਰਾ ਦਰਦ ਸਮਝਣ ਦੀ ਬਜਾਏ ਮੈਨੂੰ ਐਕਿਊਜ਼ ਬਣਾ ਕੇ ਪੂਰੀ ਦੁਨੀਆ 'ਚ ਪੋਰਟਰੇ ਕੀਤਾ ਜਾਂਦਾ ਜਿਵੇਂ ਪਤਾ ਨਹੀਂ ਮੈਂ ਕੀ ਜੁਰਮ ਕਰਤਾ ਜੀ। 4 ਤੇ 20 ਦਿਨ ਦਾ ਸਮਾਂ ਹੋ ਗਿਆ ਮੁੰਡੇ ਨੂੰ ਅੰਦਰ ਹੋਏ, 4 ਵਿਅਕਤੀ ਜਿਹੜੇ ਨੇ ਅੰਦਰ ਨੇਗੇ। ਬੇਲ ਮਿਲਦੀ ਹੈ, ਕਿਸ ਆਧਾਰ ਤੇ ਬੇਲ ਮਿਲਦੀ ਹੈ? ਕਿ ਡਾਕੂਮੈਂਟ ਕੁਝ ਆਏ ਨਹੀਂ ਜਾਂ ਕੋਈ ਪ੍ਰੂਫ ਆਇਆ ਹੀ ਨਹੀਂ ਕੋਰਟ ਦੇ ਵਿੱਚ, ਇਸ ਕਰਕੇ ਬੇਲ ਮਿਲ ਜਾਂਦੀ ਹੈ? ਬਾਕੀ ਸਾਰਿਆਂ ਨੂੰ ਵੀ ਲੱਗਦਾ ਤੁਹਾਨੂੰ ਕਿ ਬੇਲ ਮਿਲ ਸਕਦੀ ਉਹਨਾਂ ਨੂੰ ਵੀ? ਸਰ ਦੇਖੋ, ਜਿੱਥੋਂ ਤੱਕ ਰੰਕਜ ਵਰਮਾ ਦੀ ਗੱਲ ਹੈ, ਇਹਨਾਂ ਨੂੰ ਬੇਲ ਮਿਲਣ ਦਾ ਇੱਕ ਬਹੁਤ ਵੱਡਾ ਆਧਾਰ ਸੀਗਾ ਕਿ ਅਸੀਂ ਖੁਦ ਸਾਹਮਣੇ ਆਏ ਸੀਗੇ, ਕੋਰਟ ਨੇ ਇਹ ਚੀਜ਼ ਨੂੰ ਐਪਰੀਸ਼ੀਏਟ ਕੀਤਾ। ਸੈਕੰਡਲੀ 41A CRPC ਦਾ ਵਾਇਲੇਸ਼ਨ ਕੀਤਾ ਸੀ ਪੁਲਿਸ ਨੇ, ਸਾਡੀ ਅਰੈਸਟ ਪਹਿਲੀ ਸਪੇਸ ਤੇ ਕਰਨੀ ਹੀ ਨਹੀਂ ਬਣਦੀ ਸੀ। ਜੱਜ ਸਾਹਿਬ ਨੇ ਦੇਖਿਆ, ਅਸੀਂ ਜੱਜ ਸਾਹਿਬ ਨੂੰ ਸਾਰੇ ਰਿਮਾਂਡ ਪੇਪਰ ਵੀ ਪੜਾਏ। ਪੁਲਿਸ ਸਟਾਰਟਿੰਗ ਤੋਂ ਲੈ ਕੇ ਇਸ ਕੇਸ 'ਚ ਮਿਸਗਾਈਡ ਕਰਦੀ ਆਈ ਹੈ ਰੰਕਜ ਵਰਮਾ ਨੂੰ ਲੈ ਕੇ। ਕਦੀ ਰੰਕਜ ਵਰਮਾ ਨੂੰ ਕਹਿੰਦੇ ਨੇ ਕਿ ਜੀ ਕਨਫੈਸ਼ਨ ਕੀਤਾ, ਕਦੀ ਕਹਿੰਦੇ ਨੇ ਜੀ CCFSL ਕਰ ਰਹੇ ਆ। ਡੇ 1 ਤੋਂ ਇਹਨਾਂ ਨੇ ਕੋਈ ਹੋਰ ਕੰਮ ਨਹੀਂ ਕੀਤਾ, ਸਿਰਫ ਮਿਸਗਾਈਡ ਕੀਤਾ। ਇਹ ਸਾਰੇ ਫੈਕਟਸ ਨੂੰ ਕੋਰਟ ਨੇ ਐਪਰੀਸ਼ੀਏਟ ਕੀਤਾ, ਔਰ ਮੈਂ ਧੰਨਵਾਦੀ ਹਾਂ ਜੀ, ਉਹਨਾਂ ਨੇ ਸਾਰੇ ਫੈਕਟਸ ਨੂੰ ਦੇਖਦੇ ਹੋਏ ਇੱਕ ਜਿਹੜਾ ਮੁੰਡਾ 20 ਦਿਨਾਂ ਦੀ ਦਰਦ ਸਹਿ ਰਿਹਾ ਸੀਗਾ ਉਹਨੂੰ ਫ੍ਰੀ ਕੀਤਾ ਔਰ ਉਹਨੂੰ ਬੇਲ ਗ੍ਰਾਂਟ ਕੀਤੀ ਜੀ। ब्रदर मेरे नाम मौजूद है पंकज वर्मा। पंकज, ये सारी जो घटना होती है, भाई का नाम सामने आता है, लोग ताने भी देना शुरू कर देते, कहते हैं समाज कभी जीने नहीं देता। समाज की तरफ से क्या कुछ आया, और इस केस में लड़ने के लिए क्या लगता है कि किन लोगों ने साथ दिया और किन लोगों ने बिल्कुल ही गिरा दिया?
सर जैसे ही इसकी जो फोटो वायरल हुई उसके बाद ये ढली थाने गया। मैं आपको ये क्लियर बताना चाहता हूँ, एक बार नहीं, दो बार नहीं, 3 बार ढली थाने गया है। और ये भी क्लियर बता दूं कि इसको कहीं सड़कों से नहीं पकड़ा गया है या भागते हुए नहीं पकड़ा गया है। ढली थाने में 11 बजे से 8 बजे तक इस लड़के ने वेट किया है पंजाब पुलिस का। रात को इसको लाया जाता है यहाँ पे इन्वेस्टिगेशन बोल के। उसके बाद सुबह मैं मिला हूँ आके इससे, तो लड़की और मैंने इससे पूछा कि क्या हुआ, तो इसने कहा कि भाई लड़की ने पहचानने से इनकार कर दिया। हम साइड में बैठे थे गाड़ी में, फिर अचानक पता चलता है कि इसको तो कोर्ट में पेश कर दिया गया। उस वक्त कुछ सोचना दिमाग चल नहीं रहा था। फिर वकील साहब जी से मेरी बात हुई, इन्होंने हमारा बहुत साथ दिया है, ईमानदारी से केस लड़ा है, इन्होंने पूरी सच्चाई का पता किया। पहले उन्होंने मुझे भी यही कहा था कि मैं पहले उससे रंकत से मिलूंगा, उसके बाद मैं कुछ डिसाइड कर पाऊंगा। हमने यही कहा कि सर आप मिलो, जितना मर्जी चाहो उससे पूछ लो, उसके बाद आप हमें अपना जवाब दे दो। तो इन्होंने अच्छी तरह से पूछताछ करने के बाद हमारा केस लिया है, क्योंकि इनको इसके अंदर कहीं ना कहीं सच्चाई नजर आई। हमने DDR की कॉपी ओपन कर दी, हमने सब कुछ बता दिया सर, लेकिन हमारा पक्ष सुनने के लिए कोई तैयार ही नहीं था। अच्छा लगता है, क्योंकि वकील साहब बता रहे थे, कहते कि हो सकता है कि बड़ा प्रेशर हो सकता है कि आपको भी धमकी आई हो सकता है आपको भी छुपाने की कोशिश की होगी कि चुप कर जाओ, थोड़ा दिन मामला ठंडा हो जाएगा फिर निकाल लेंगे बाहर। ऐसा कुछ आया या ऐसी कोई धमकी आई? नहीं सर, धमकी ऐसी कोई भी नहीं आई, मुझे धमकी भरा कोई कॉल नहीं आया। हाँ इतना जरूर है कि शुरू में जो मैंने स्टेटमेंट दी, अपना सारा प्रूफ दे दिया कि भाई ये हमारी DDR की कॉपी है, ये हमने भी एक रिपोर्ट लिखाई है, हमने ये रिपोर्ट लिखाई है कि इसकी फोटो क्यों लगाई गई, इसको भी तो इन्वेस्टिगेट करो, हमारी भी तो कोई रिपोर्ट की वैल्यू है, इसको भी तो देखो क्यों लगाई गई है। उसमें लोगों ने गंदे गंदे कमेंट करने शुरू कर दिए, शुरू में फैमिली तक चले गए, मतलब काफी ज्यादा मेंटल स्ट्रेस दे दिया था सर। यहाँ पे लड़ने के लिए ये 20 दिन हमने कैसे काटे ये हम लोग ही जानते हैं। एक बड़ा भाई इंसाफ क्या चाहता है? आखिरी सवाल लूंगा, इंसाफ क्या चाहता है? क्योंकि इस पूरी घटना को मैंने देखा कि थाने के बाहर भी आपको बैठा हुआ देखा, उसके बाद में आपने ये पूरा किया, परिवार भी कहा आपने कि परिवार भी ऐसी दुविधा में है कि क्या कुछ हो गया, समाज जीने नहीं दे रहा, सब कुछ हो रहा है। एक बड़ा भाई क्या चाहता है? सर इंसाफ अगर मैं बोलूं तो इसमें क्या इंसाफ दे पाओगे सर, क्या इंसाफ दे? एक लड़के को आपने जो बोलना था बोल दिया, जो दिखाना था दिखा दिया, अब इसमें क्या इंसाफ दोगे सर? बस मैं इतना बोलना चाहता हूं कि ये मेरा लोगों तक मैसेज जाए कि आप लोग जब भी कोई ऐसी चीज देखो, आज रंकज है, कल हो सकता है आप में से कोई हो, दोनों पक्ष को पहले देख लो। पहले ये मत देखो कि लड़की है या लड़का है, लड़का और लड़की इक्वल है, अगर किसी ने भी जुर्म किया है वो दोनों बराबर के दोषी है। इसका मतलब अगर कोई एक लड़का है तो उसके ऊपर इस तरह से उंगली मत उठाओ सिर्फ बातें सुनकर, जब तक उसके खिलाफ कोई सबूत नहीं आता अपना कोई भी डिसीजन मत दो, क्योंकि किसी की जिंदगी का सवाल है। जितने लोगों ने इसके लिए गंदे कमेंट किए, अगर वो लोग उतने ही सच्चे हैं तो मैं आज उन लोगों से बोलना चाहता हूं कि आओ ना सामने यार, इसकी आधी सच्चाई तो पता चल गई, आधी भी पता चल गई, इसके स्पोर्ट में आओ। जब आप लड़कियों के स्पोर्ट में जा सकते हो, हम भी जाएंगे, अगर किसी के साथ गलत हो रहा है आप जाओ स्पोर्ट में, तो इसके स्पोर्ट में भी आओ कि भाई हमने थोड़े से गलत कमेंट दे दिए, हमने शायद बातों पे ज्यादा विश्वास कर दिया, सबूतों को देखा नहीं, इसलिए हमने आपको गलत बोल दिया, तो इससे सॉरी भी तो मांगो ना आके। सर ऐसा कोई करेगा नहीं, मुझे पता है, ना कोई सामने आएगा, क्योंकि लिखने वाले ने लिख दिया, अब सब इस स्टोरी से मूव ऑन हो चुके हैं, क्योंकि किसी को किसी की लाइफ से लेना देना है ही नहीं। अब जो भी झेलना है इसको ही झेलना पड़ेगा। ਤਾਂ ਬਿਲਕੁਲ ਸੋਸ਼ਲ ਮੀਡੀਆ ਨੇ ਜਿਹੜਾ ਇਸ ਮੁੰਡੇ ਨੂੰ ਵਾਇਰਲ ਕੀਤਾ ਔਰ ਸੋਸ਼ਲ ਮੀਡੀਆ ਨੇ ਜਿਹੜਾ ਇਸ ਮੁੰਡੇ ਨੂੰ ਇਸ ਤਰੀਕੇ ਦੇ ਨਾਲ ਵਾਇਰਲ ਕਰਤਾ ਕਿ ਉਸ ਦੀ ਜ਼ਿੰਦਗੀ ਤੱਕ ਜਿਹੜੀ ਹੈ ਵਿਗੜਨ ਤੱਕ ਆ ਗਈ ਔਰ ਨਾਮ ਤੇ ਪਰਿਵਾਰ ਦਾ ਵੀ ਜਿਹੜਾ ਉਸ ਸੋਸ਼ਲ ਮੀਡੀਆ ਨੇ ਡੁਬਾ ਕੇ ਰੱਖਤਾ। रंकज, आखिरी अपील क्या रहेगी इस केस को लेके? सब कुछ हुआ, टॉर्चर हुआ होगा, बातचीत हुई होगी, आखिरी अपील क्या रहेगी, इंसाफ क्या रहेगा? सर आखिरी अपील यही रहेगी कि सबसे पहले तो लोगों को मैं ज़रूर बोलना चाहूँगा कि इस तरह की बिना किसी को जाने समझे इस तरह के कमेंट ना करें, जब तक किसी के ऊपर आप जिसने किया है कुछ प्रूव ना हो जाए, ऐसा मत करें। बाकी मैं यही बोलना चाहूँगा किसी इनोसेंट बंदे को इस तरह से ना फंसाया, चाहे किसी का मर्जी प्रेशर हो, पुलिस के ऊपर चाहे मीडिया का प्रेशर हो, किसी का भी, कोई भी इनोसेंट बंदा वहाँ नहीं रहना चाहिए जहाँ मैं रह के आया हूँ। मैं रहा, मुझे भी शायद लगा कि शायद किसी ने लड़कियों की वीडियो डाली होगी, तो मैंने सब कुछ सेक्रीफाइस कर दिया, अपना इमेज सेक्रीफाइस कर दी, कैरियर सेक्रीफाइस कर दिया, लेकिन निकला कुछ भी नहीं। बाद में मुझे इसके बदले सिर्फ जेल ही मिली है और कुछ भी नहीं, और गंदी गंदी गालियाँ मिली है। ऐसा किसी के साथ नहीं होना चाहिए। और इंसाफ सर 20 दिन जहाँ मैं रहा हूँ, जिस तरह से मैं रहा हूँ और जितना मेरा लॉस हुआ उसका क्या इंसाफ मिलेगा उसका? मेरे 20 दिन वापस नहीं आ सकते सर। बस इतना दूर है कि आगे से किसी इनोसेंट बंदे के साथ ऐसा ना हो, और सबको अपनी सोशल मीडिया प्रोफाइल वगैरह लॉक करके रखो, सेफ रखो, क्योंकि छोटी सी गलती आपकी पूरी ज़िंदगी बर्बाद कर सकती है।
20 ਦਿਨ ਜਿਹੜੇ ਆ ਜੇਲ੍ਹ ਦੇ ਵਿੱਚ ਰਹੇ ਔਰ ਜ਼ਿੰਦਗੀ ਜਿਹੜੀ ਹੈ ਸੋਸ਼ਲ ਮੀਡੀਆ ਨੇ ਉੱਪਰ ਬਰਬਾਦ ਕੀਤੀ। ਵਕੀਲ ਸਾਹਿਬ ਮੇਰੇ ਨਾਲ ਮੁਝੇ ਵਕੀਲ ਸਾਹਿਬ ਅਪੀਲ ਤੇ ਨਹੀਂ ਪੁੱਛੂੰਗਾ, ਤੁਹਾਨੂੰ ਇਹ ਪੁੱਛੂੰਗਾ ਕੇਸ ਕੀ ਰਹੂਗਾ, ਕਿਉਂਕਿ ਅਗਲਾ ਇਸ ਤਰੀਕੇ ਦੇ ਨਾਲ ਹੋਇਆ। ਹਾਲਾਂਕਿ ਫੋਟੋ ਦਾ ਜ਼ਰੀਆ ਜਿਹੜਾ ਲੰਬਾ ਚੱਲਿਆ, ਲੇਕਿਨ ਲੱਗਦਾ ਕਿ ਫੋਟੋ ਦੇ ਆਧਾਰ ਤੇ ਪੁਲਿਸ ਨੇ ਪਰਚਾ ਵੀ ਦਰਜ ਕੀਤਾ, 20 ਦਿਨ ਅੰਦਰ ਵੀ ਰੱਖਿਆ, ਸਬੂਤ ਵੀ ਕੋਈ ਪੇਸ਼ ਨਹੀਂ ਕੀਤਾ, ਤੇ ਹੁਣ ਲੀਗਲ ਐਕਸ਼ਨ ਕੀ ਰਹਿਣ ਵਾਲਾ ਹੈ ਵਕੀਲ ਦੇ ਵੱਲੋਂ? ਸਰ ਮੈਂ ਕਹੂੰਗਾ ਇਹ ਬਹੁਤ ਹੀ ਦੁਖਦ ਹੈ ਜੀ। ਅਸੀਂ ਅੱਜ ਦੇ ਟਾਈਮ 'ਚ ਘੱਟੋ ਘੱਟ ਇਹ ਐਕਸਪੈਕਟ ਨਹੀਂ ਕਰਦੇ ਪੁਲਿਸ ਵਾਲਿਆਂ ਨੂੰ ਕਿ ਬਈ ਅੱਜ ਦੇ ਟਾਈਮ ਦੇ ਵਿੱਚ ਵੀ ਬਿਨਾਂ ਕਿਸੇ ਐਵੀਡੈਂਸ ਦੇ ਤੁਸੀਂ ਇੱਕ ਆਦਮੀ ਦੀ ਜ਼ਿੰਦਗੀ ਖਰਾਬ ਕਰੋਗੇ। ਮੈਂ ਤੁਹਾਡੇ ਚੈਨਲ ਦੇ ਥਰੂ, ਤੁਹਾਡੇ ਮਾਧਿਅਮ ਦੇ ਥਰੂ ਇੱਕ ਰਿਕੁਐਸਟ ਕਰਨਾ ਚਾਹੂੰਗਾ ਕਿ ਪਲੀਜ਼ ਇਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਇਹ ਮੁੰਡੇ ਨੂੰ ਕਲੀਨ ਚਿਟ ਜਲਦੀ ਤੋਂ ਜਲਦੀ ਮਿਲੇ ਤਾਂ ਕਿ ਆਪਣੀ ਲਾਈਫ 'ਚ ਵਾਪਸ ਜਾ ਸਕੇ। ਔਰ ਜ਼ਰੂਰ ਮੈਂ ਰਿਕੁਐਸਟ ਕਰੂੰਗਾ ਪੰਜਾਬ ਗਵਰਨਮੈਂਟ ਨੂੰ ਕਿ ਇਸ ਮੁੰਡੇ ਨੂੰ ਕੰਪਨਸੇਟ ਕੀਤਾ ਜਾਵੇ ਐਡਿਕੁਏਟਲੀ ਜੋ ਇਹਨੇ ਲੌਸਿਸ ਸਫਰ ਕੀਤੇ ਨੇ। ਆਲਦੋ ਜੋ ਇਮੇਜ ਇਹਦੀ ਖਰਾਬ ਕੀਤੀ ਗਈ ਹੈ ਉਹ ਅੱਜ ਵਾਪਸ ਨਹੀਂ ਹੋ ਸਕਦੀ, ਬਿਕੋਜ਼ ਜੋ ਚੀਜ਼ ਹੋ ਗਈ ਹੈ ਹੋ ਗਈ ਹੈ। ਲੇਕਿਨ ਫਿਰ ਵੀ ਮੈਂ ਕਹੂੰਗਾ ਜੋ ਇਹਦਾ ਬਿਜ਼ਨਸ ਲਾਸ ਹੋਇਆ, ਜੋ ਇਮੋਸ਼ਨਲ ਸਟ੍ਰੈਸ ਇਹਨੇ ਸਹਿਆ, ਇਹਨੂੰ ਕਲੀਨ ਚਿਟ ਮਿਲੇ। ਔਰ ਇਹਨੂੰ ਜ਼ਰੂਰ ਇੱਕ ਆਮ ਆਦਮੀ ਦੀ ਸਰਕਾਰ ਹੈ ਤੇ ਇੱਕ ਆਮ ਆਦਮੀ ਦੀ ਦਰਦ ਨੂੰ ਸਮਝੋ ਤੇ ਉਹਨੂੰ ਕੰਪਨਸੇਟ ਕਰੋ ਤਾਂ ਕਿ ਇਹ ਵੀ ਆਪਣੀ ਲਾਈਫ 'ਚ ਵਾਪਸ ਜਾ ਕੇ ਰਿਹੈਬਿਲਿਟੇਟ ਕਰ ਸਕੇ ਜੀ। ਇਹਦਾ ਕੇਸ ਵੀ ਦਰਜ ਹੋ ਸਕਦਾ ਹੈ ਕਿਉਂਕਿ ਫੋਟੋ ਮਿਸਯੂਜ਼ ਹੋਇਆ ਫੋਟੋ ਦਾ, ਔਰ ਉਸ ਦੇ ਉੱਪਰ ਕੇਸ ਦਰਜ ਹੋ ਸਕਦਾ ਹੈ। ਉਸ ਕੇਸ ਤੇ ਫਾਈਲ ਕਰਨਗੇ ਅਸੀਂ ਜੀ ਇੱਕ ਅੱਧੇ ਦਿਨ ਦੇ ਵਿੱਚ ਹੀ ਇਹ ਰੰਕਜ ਵੱਲੋਂ ਆਪ ਐਸਐਚਓ ਖਰੜ ਸਦਰ ਥਾਣੇ ਦੇ ਵਿੱਚ ਹੀ ਕੰਪਲੇਂਟ ਦਵਾਂਗੇ ਸੰਜੀਵ ਸਿੰਘ ਦੇ ਖਿਲਾਫ। ਔਰ ਪੁਲਿਸ ਨੂੰ ਰਿਕੁਐਸਟ ਕਰਾਂਗੇ ਕਿ ਉਹਦੇ ਉੱਪਰ ਇੱਕ ਹੋਰ ਐਫਆਈਆਰ ਕਰਕੇ ਪੂਰਾ ਇਨਵੈਸਟੀਗੇਸ਼ਨ ਥੋਰਲੀ ਕਰਕੇ ਉਹਨੂੰ ਸਜ਼ਾ ਮਿਲੇ ਔਰ ਜੋ ਸਾਡੇ ਨਾਲ ਹੋਇਆ ਸਾਨੂੰ ਉਹਦੇ ਲਈ ਪ੍ਰੋਪਰਲੀ ਕੰਪਨਸੇਟ ਕੀਤਾ ਜਾਵੇ। ਜੇ ਗਵਰਨਮੈਂਟ ਨਹੀਂ ਕਰੇਗੀ ਜੀ ਅਸੀਂ ਅੰਤ ਤੱਕ ਲੜਾਂਗੇ, ਅਸੀਂ ਕੋਰਟ ਅਪਰੋਚ ਕਰਾਂਗੇ। ਇਸ ਮੁੰਡੇ ਨੂੰ ਕੰਪਨਸੇਸ਼ਨ ਲਿੱਤੇ ਬਿਨਾ ਅਸੀਂ ਇਹਨੂੰ ਨਹੀਂ ਜਾਣ ਦਾਂਗੇ, ਬਿਕੋਜ਼ ਅੱਜ ਇਹਦੇ ਨਾਲ ਹੋਇਆ ਹੈ। ਜੇ ਇਸ ਚੀਜ਼ ਨੂੰ ਪ੍ਰੋਪਰਲੀ ਨਾ ਟੈਕਲ ਕੀਤਾ ਗਿਆ ਕੱਲ ਨੂੰ ਇਹਦੇ ਵਿੱਚ ਤੁਸੀਂ ਵੀ ਹੋ ਸਕਦੇ ਹੋ ਤੇ ਜੀ ਮੈਂ ਵੀ ਹੋ ਸਕਦਾ। ਤੇ ਬਿਲਕੁਲ ਲੀਗਲ ਐਕਸ਼ਨ ਲਿੱਤਾ ਜਾਊਗਾ ਔਰ ਕ੍ਰਾਸ ਜਿਹੜਾ ਹੈ ਮਾਮਲਾ ਵੀ ਦਰਜ ਕਰਾਇਆ ਜਾਏਗਾ ਕਿ ਇਸ ਤਰੀਕੇ ਦੇ ਨਾਲ ਫੋਟੋ ਦਾ ਮਿਸਯੂਜ਼ ਕੀਤਾ ਹੈ। ਹਾਲਾਂਕਿ ਮੀਡੀਆ ਤੇ ਸੋਸ਼ਲ ਮੀਡੀਆ ਤੇ ਫੋਟੋ ਪਾਈ ਗਈ ਸੀ ਔਰ ਸੋਸ਼ਲ ਮੀਡੀਆ ਤੋਂ ਇਹ ਫੋਟੋ ਚੱਕੀ ਜਾਂਦੀ ਹੈ, WhatsApp ਤੇ ਡੀਪੀ ਲਾਈ ਜਾਂਦੀ ਹੈ ਔਰ ਡੀਪੀ ਲਾ ਕੇ ਜਿਹੜਾ ਹੈ ਮਿਸਯੂਜ਼ ਕਰਕੇ ਔਰ ਇਸ ਤਰੀਕੇ ਦੀ ਨਵੀਂ ਕਹਾਣੀ ਜਿਹੜੀ ਆ ਉਹ ਸਾਹਮਣੇ ਆਉਂਦੀ ਹੈ ਔਰ ਇਸ ਦਾ ਨੁਕਸਾਨ ਇੱਕ ਨੌਜਵਾਨ ਨੂੰ ਚੱਕਣਾ ਪਿਆ, ਸੋਸ਼ਲ ਮੀਡੀਆ ਦਾ ਸ਼ਿਕਾਰ ਹੋਇਆ ਵੀ ਨਜ਼ਰ ਆ ਰਿਹਾ। ਕੈਮਰਾਮੈਨ ਬਿਨੀ ਦੇ ਨਾਲ ਦਮਪ੍ਰੀਤ ਸਿੰਘ ਔਨ 에ਅਰ, ਮੋਹਾਲੀ।